ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਸਾਡੇ ਨਾਲ ਹਾਜ਼ਰ ਨੇ ਦ ਨਿਊਜ਼ ਕਿੰਗ ਹਿਮਸੈਲਫ ਸਤਪਾਲ ਸਿੰਘ ਜੌਲ ਸਾਹਿਬ ਦਾ ਸਵਾਗਤ ਕਰਦੇ ਹਾਂ। ਜੌਲ ਸਾਹਿਬ, ਅ ਵੈਰੀ ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅਰਸ਼ ਮਿਹਰਬਾਨੀ। ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਫਰਾਈਡੇ ਵਾਲਾ ਦਿਨ ਹੈ ਐਂਡ ਮੈਨੂੰ ਸੁਣਨ 'ਚ ਆਇਆ ਕਿ ਲੌਂਗ ਵੀਕਐਂਡ ਹੈ ਜੀ। ਯੈਸ, ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ। ਆਪਾਂ ਵੈਸੇ ਪਿਛਲੇ 2 ਦਿਨਾਂ ਤੋਂ ਹੀ ਆਰੰਭ ਕਰ ਦਿੱਤਾ ਸੀ ਭੈਣ ਭਰਾਵਾਂ ਨੂੰ ਦੱਸਣਾ ਜੀ। ਵੈਸੇ ਚਲੋ ਪਤਾ ਹੀ ਹੁੰਦਾ, ਪਰ ਫਿਰ ਵੀ ਕਿਉਂਕਿ ਮੇਰੇ ਮਾਈਂਡ ਕਈ ਵਾਰੀ ਕਰੋਨਾ ਚਲੋ ਠੀਕ ਰਹਿੰਦਾ, ਉਸ ਲਿਹਾਜ਼ ਨਾਲ ਇਹ ਪੁਲਿਸਾਂ ਦੀ ਸੜਕਾਂ ਦੀ ਜਿਹੜੀ ਆ ਉਹ ਸਿਚੁਏਸ਼ਨ ਉਹ ਤੇ ਚਲੋ ਹਰ ਲੌਂਗ ਵੀਕਐਂਡ ਦੇ ਦੌਰਾਨ ਸੇਮ ਹੀ ਰਹਿੰਦੀ ਆ ਜੀ। ਸੋ ਦੂਸਰਾ ਇਹ ਜੀ ਵੀ ਖਾਸ ਤੌਰ ਤੇ ਕ੍ਰਿਸਮਸ ਤੋਂ ਇਹ ਪਹਿਲਾਂ ਜਾਣੀ ਇਸ ਸਾਲ ਦਾ ਆਖਰੀ ਲੌਂਗ ਵੀਕਐਂਡ ਹੈਗਾ ਥੈਂਕਸ ਗਿਵਿੰਗ ਦਾ 11 ਅਕਤੂਬਰ ਨੂੰ। ਸੋ ਜਿਹਦੇ ਕਰਕੇ ਵੀ ਜਾਣੀ ਕਾਫੀ ਸਾਰੀਆਂ ਜਿਹੜੀਆਂ ਆਮ ਲੌਂਗ ਵੀਕਐਂਡ ਤੇ ਸਟੈਚੂਟਰੀ ਹੋਲੀਡੇ ਦੇ ਦੌਰਾਨ ਬੰਦ ਹੁੰਦੇ ਨੇ ਅਦਾਰੇ, ਕਲੋ ਸੰਸਥਾਵਾਂ, ਦਫ਼ਤਰ, ਸਰਕਾਰੀ ਮਹਿਕਮੇ ਵਗੈਰਾ, ਉਹ ਸਭ ਤਾਂ ਬੰਦ ਹੋਏਗਾ ਜੀ। ਪਰ ਲੇਕਿਨ ਕਿ ਸੜਕਾਂ ਖੁੱਲੀਆਂ ਰਹਿਣਗੀਆਂ ਹਨਾ, ਤੇ ਵੈਦਰ ਜਿਹੜਾ ਜੀ ਅਜੇ ਕਿਉਂਕਿ ਬੜਾ ਸਾਜ਼ਗਾਰ ਹੈ, ਸੋ ਇਸ ਕਰਕੇ ਛੁੱਟੀ ਦੇ ਦਿਨਾਂ ਦੇ ਦੌਰਾਨ ਫਿਰ ਸੜਕਾਂ ਤੇ ਹਾਜ਼ਰੀ ਜਿਹੜੀ ਆ ਉਹ ਵੱਧ ਜਾਂਦੀ ਹੈ। ਸੋ ਕੋਵਿਡ ਤੋਂ ਬਾਅਦ ਸਿਚੁਏਸ਼ਨ ਵੀ ਨੋਰਮਲ ਹੋ ਰਹੀ ਆ, ਪਰ ਦੂਸਰੇ ਪਾਸੇ ਇਹ ਹੈ ਜੀ ਵੀ ਸੜਕਾਂ ਤੇ ਫਿਰ ਜ਼ਰੂਰ ਇਹ ਪੁਲਿਸ ਦੇ ਡੰਡੇ ਦੇ ਡਰ ਤੋਂ ਨਹੀਂ, ਬਟ ਅਦਰਵਾਈਜ਼ ਹਰ ਇੱਕ ਭੈਣ ਭਰਾ ਯਾਦ ਕਰ ਸਕਦੇ ਨੇ ਵੀ ਜਦੋਂ ਉਹਨਾਂ ਨੇ ਡਰਾਈਵਿੰਗ ਲਾਇਸੈਂਸ ਦਾ ਟੈਸਟ ਦਿੱਤਾ ਸੀ, ਬੜੀਆਂ ਕਿਤਾਬਾਂ ਪੜ੍ਹੀਆਂ ਸੀ ਤੇ ਉਹ ਪੜ੍ਹੀਆਂ ਸੀ ਇਸ ਵਾਅਦੇ ਦੇ ਲਈ ਵੀ ਜੇ ਲਾਇਸੈਂਸ ਜੇਬ ਵਿੱਚ ਪੈ ਗਿਆ ਤੇ ਨਿਯਮਾਂ ਦੇ ਮੁਤਾਬਕ ਗੱਡੀ ਚਲਾਵਾਂਗੇ ਜੀ। ਇਹ ਲੌਂਗ ਵੀਕਐਂਡ ਦੇ ਦੌਰਾਨ ਹੀ ਨਹੀਂ, ਵੈਸੇ ਸਾਰਾ ਸਾਲ ਇਦਾਂ ਹੋਵੇ ਤੇ ਬੜਾ ਵਧੀਆ ਹੈ। ਜ਼ਿੰਦਗੀ ਬੜੀਆਂ ਸ਼ਾਨਦਾਰ ਨੇ ਸੜਕਾਂ ਇਸ ਸ਼ਾਨਦਾਰ ਦੇਸ਼ ਦੇ ਵਿੱਚ। ਆਲਰਾਈਟ, 905 813 1320 905 813 1320। ਜੌਲ ਸਾਹਿਬ, ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਸੁਣ ਰਿਹਾ ਸੀ ਕਾਫੀ ਡੀਟੇਲ ਦੇ ਵਿੱਚ, ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ OCI ਦੇ ਬਾਰੇ ਅਤੇ ਜਿਹੜੇ ਵੀਜ਼ਾਜ਼ ਅਲਾਉਡ ਨੇ ਇੰਡੀਆ ਜਾਣ ਨੂੰ ਤੇ ਕਿਹੜੇ ਸਸਪੈਂਡਡ ਨੇ, ਕਿਹੜੇ ਜਾ ਸਕਦੇ ਨੇ। ਪਰੰਤੂ ਆਪਾਂ ਇੱਕ ਵਾਰੀ ਫਿਰ ਤੋਂ ਕਲੀਅਰ ਕਰਦੇ, ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਕਲੀਅਰ ਕੀਤਾ ਹੈ ਕਿ ਜਿਹੜੇ OCIs ਨੇ ਦੇ ਆਰ ਫ੍ਰੀ ਟੂ ਟਰੈਵਲ ਟੂ ਇੰਡੀਆ ਐਂਡ ਜਿਹੜੇ ਇੰਡੀਅਨ ਸਿਟੀਜ਼ਨਸ ਨੇ। ਬਿਲਕੁਲ ਅੱਛਾ, ਵੈਸੇ ਵੀ ਇੰਡੀਅਨ ਸਿਟੀਜ਼ਨ ਟਰੈਵਲ ਕਰ ਸਕਦੇ ਆ, OCI ਟਰੈਵਲ ਕਰ ਸਕਦੇ ਆ। ਇਹ ਇਨਫੋਰਮੇਸ਼ਨ ਕੋਈ ਨਵੀਂ ਨਹੀਂ ਜੀ। ਜਦੋਂ ਵੀ ਪਰ ਅਸੀਂ ਵੀਜ਼ਾ ਦੇ ਸਿਲਸਿਲੇ 'ਚ ਇਹ ਇਨਫੋਰਮੇਸ਼ਨ ਅਪਡੇਟ ਕਰਦੇ ਹਾਂ ਤੇ ਫਿਰ ਜਾਣੀ ਹਰ ਵਾਰ ਭੈਣ ਭਰਾ ਨਵੇਂ ਆਉਂਦੇ ਆ ਸਾਹਮਣੇ ਜਿਹੜੇ ਕਹਿੰਦੇ ਜੀ ਵਾਟ ਅਬਾਊਟ OCI, ਵਾਟ ਅਬਾਊਟ ਇਫ ਆਈ ਹੈਵ ਇੰਡੀਅਨ ਪਾਸਪੋਰਟ, ਹਨਾ। ਜਾਣੀ ਤੇ ਵੈਸੇ ਤੇ ਜਦੋਂ ਫਿਰ ਕੋਈ ਭੈਣ ਭਰਾ ਏਦਾਂ ਸਵਾਲ ਕਰੇ ਤੇ ਉਹ ਗੱਲ ਹੀ ਬੜੀ ਅਜੀਬ ਲੱਗਦੀ ਆ ਵੀ ਆਪਣੇ ਕਿਸੇ ਵੀ ਦੇਸ਼ ਦਾ ਸਿਟੀਜ਼ਨ ਤੇ ਆਲਵੇਜ਼ ਵੈਲਕਮ ਆ ਆਪਣੇ ਦੇਸ਼ ਦੇ ਵਿੱਚ ਵਿਦਆਊਟ ਰਿਸਟ੍ਰਿਕਸ਼ਨਸ ਜੀ। ਇਹ ਸਵਾਲ ਹੀ ਨਹੀਂ ਬਣਦਾ ਵੀ ਵਾਟ ਅਬਾਊਟ ਇਫ ਆਈ ਹੋਲਡ ਇੰਡੀਅਨ ਪਾਸਪੋਰਟ, ਹਨਾ। ਤੇ ਇੰਡੀਆ ਦੇ ਸਿਟੀਜ਼ਨ ਹੋ ਭਾਈ, ਵੀ ਤੁਹਾਡਾ ਇਹ ਹੱਕ ਬਣਦਾ ਉੱਥੇ ਜਾਣਾ, ਤੁਹਾਨੂੰ ਪੁੱਛ ਨਹੀਂ ਸਕਦਾ ਵੀ ਜਿਸ ਤਰ੍ਹਾਂ ਕੈਨੇਡੀਅਨ ਪਾਸਪੋਰਟ ਹੋਲਡਰ ਦਾ ਇਹ ਰਾਈਟ ਬਣਦਾ, ਉਹਨੂੰ ਕੋਈ ਰੋਕ ਨਹੀਂ ਸਕਦਾ ਕੈਨੇਡਾ 'ਚ ਐਂਟਰ ਹੋਣੋਂ, ਹਨਾ। ਏਦਾਂ ਹੀ ਆ ਵੀ ਇੰਡੀਅਨ ਇਹ ਸਵਾਲ ਨਹੀਂ ਬਣਦਾ। ਸੋ OCI ਵੀ ਜਿਹੜਾ ਉਹ ਆਲਮੋਸਟ ਲਾਈਕ ਇਕੁਅਲ ਟੂ ਸਮਝਿਆ ਜਾਂਦਾ ਵੀ ਇੰਡੀਅਨ ਸਿਟੀਜ਼ਨਸ਼ਿਪ ਹੀ ਹੈ, ਉਹਦੀਆਂ ਬਹੁਤੀਆਂ ਉੱਤੇ ਰਿਸਟ੍ਰਿਕਸ਼ਨਸ ਹੈਗੀਆਂ। ਸੋ ਇਸੇ ਤਰ੍ਹਾਂ OCI ਸ਼ੁਰੂ ਦੇ ਵਿੱਚ ਉਹਨਾਂ ਨੇ ਕਹ ਲਓ ਵੀ ਇਹਨੂੰ ਰਿਸਟ੍ਰਿਕਟ ਕੀਤਾ ਸੀਗਾ, ਇਹਦੇ ਤੇ ਟਰੈਵਲ ਸਮੇਂ ਲਈ। ਪਰ ਇੰਡੀਆ ਦੇ ਜਿਹੜੇ ਸਿਟੀਜ਼ਨ ਸੀਗੇ ਪਾਸਪੋਰਟ ਹੋਲਡਰ, ਉਹਨਾਂ ਲਈ ਤੇ ਬੰਦ ਕਰਨਾ ਸੰਭਵ ਹੀ ਨਹੀਂ ਸੀਗਾ ਨਾ। ਉਹਨਾਂ ਲਈ ਕਦੀ ਵੀ ਬੰਦ ਨਹੀਂ ਹੋਇਆ ਸੀ ਕੋਵਿਡ ਦੇ ਦੌਰਾਨ। ਉਹਨਾਂ ਨੂੰ ਤਾਂ ਸਗੋਂ ਰਾਦਰ ਜਹਾਜ਼ ਭਰ ਕੇ ਲਿਜਾਇਆ ਜਾ ਰਿਹਾ ਸੀਗਾ ਵੀ ਆ ਜਾਓ, ਹੁਣ ਮੁਸ਼ਕਲ ਹੈ। ਸੋ ਏਦਾਂ ਹੀ ਆ ਵੀ ਜਾਣੀ ਕਿ ਵੀ ਇਹ ਜਿਹੜੇ OCI ਹੋਲਡਰਸ ਹੈਗੇ ਨੇ ਜੀ, ਇਹ ਕੋਵਿਡ ਦੀ ਮਾਰਚ 2020 ਦੀ ਜਿਹੜੀ ਰਿਸਟ੍ਰਿਕਸ਼ਨ ਲੱਗਣ ਤੋਂ 3 ਕੁ ਮਹੀਨਿਆਂ ਬਾਅਦ ਹੀ ਗਵਰਨਮੈਂਟ ਨੇ ਦੁਬਾਰਾ ਰੀਇਨਸਟੇਟ ਕਰ ਦਿੱਤੇ ਸੀਗੇ। ਉਦੋਂ ਤੋਂ ਲੈ ਕੇ ਹੁਣ ਤੱਕ ਜਾਣੀ ਕਿ ਜਾਂ ਗਾਂਹ ਵੀ ਫਰੀਲੀ ਜਿਹੜੇ ਇੰਡੀਆ ਦੇ ਵਿੱਚ ਆ ਜਾ ਸਕਦੇ ਆ, ਬਾਕੀ ਦੀਆਂ ਕੋਵਿਡ ਦੀਆਂ ਮੈਡੀਕਲ ਜਿਹੜੀਆਂ ਰਿਸਟ੍ਰਿਕਸ਼ਨਸ ਪੂਰੀਆਂ ਕਰਕੇ, ਤੇ ਉਹ ਸਿਰਫ ਤੇ ਸਿਰਫ OCI ਤੇ ਇੰਡੀਅਨ ਸਿਟੀਜ਼ਨ ਹੀ ਆ ਜੀ। ਸੋ ਕੋਈ ਵੀ ਰੋਕ ਲੱਗੇ ਇਹ ਸਵਾਲ ਨਹੀਂ ਉੱਠਦਾ ਵਾਟ ਅਬਾਊਟ OCI, ਵਾਟ ਅਬਾਊਟ ਇੰਡੀਅਨ ਸਿਟੀਜ਼ਨ। ਦੂਸਰਾ ਇਹ ਆਪਾਂ ਗੱਲ ਕੀਤੀ ਸੀ ਵੀ ਕਿਉਂਕਿ ਕੱਲ ਡੀਟੇਲ ਦੇ ਵਿੱਚ ਕੌਂਸਲ ਧੀਰਜ ਪਾਰੀਕ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਵੀ ਵੀਜ਼ਾ ਦੇ ਸਿਲਸਿਲੇ 'ਚ ਕੀ ਅਪਡੇਟ ਆ। ਕਾਫੀ ਕਨਫਿਊਜ਼ਿੰਗ ਆ ਭੈਣ ਭਰਾਵਾਂ ਦੇ ਵਿੱਚ, ਕਿਉਂਕਿ ਅਰਸ਼ ਜਦੋਂ 7 ਸਤੰਬਰ ਨੂੰ ਇਹ ਇੰਡੀਆ ਜਾਂ ਵਰਲਡ ਵਾਸਤੇ ਕੈਨੇਡਾ ਨੂੰ ਖੋਲ੍ਹਿਆ ਗਿਆ, ਜਾਂ ਫਿਰ ਆ ਜਿਹੜੀਆਂ ਹੁਣ ਸਿੱਧੀਆਂ ਫਲਾਈਟਾਂ ਖਾਸ ਤੌਰ ਤੇ ਰੀਇਨਸਟੇਟ ਕੀਤੀਆਂ ਗਈਆਂ, ਜਦੋਂ ਸਿੱਧੀਆਂ ਫਲਾਈਟਾਂ ਹੁਣ ਪਿਛਲੇ ਮਹੀਨੇ ਸਤੰਬਰ ਦੇ ਐਂਡ ਦੇ ਵਿੱਚ ਰੀਇਨਸਟੇਟ ਹੋਈਆਂ ਤੇ ਲੋਕਾਂ ਨੂੰ ਕਨਫਿਊਜ਼ਨ ਹੋ ਗਈ ਕਿ ਹੁਣ ਖੁੱਲ ਗਿਆ ਇੰਡੀਆ, ਹਨਾ ਜੀ। ਉਹਦੇ ਵਿੱਚ ਉਹ ਭੁੱਲ ਗਏ ਵੀ ਸਿਰਫ ਸਿੱਧੀਆਂ ਫਲਾਈਟਾਂ ਚੱਲੀਆਂ, ਵੀਜ਼ਾ ਰਿਸਟ੍ਰਿਕਸ਼ਨ ਅਜੇ ਖਤਮ ਨਹੀਂ ਹੋਈਆਂ, ਟੂਰਿਸਟ ਵੀਜ਼ਾ ਤੇ ਸਪੈਸ਼ਲੀ। ਸੋ ਇਸ ਕਰਕੇ ਜਿਹਨਾਂ ਦੇ ਪਾਸਪੋਰਟਾਂ ਦੇ ਵਿੱਚ ਜਾਣੀ ਵੀਜ਼ਾ ਲੱਗੇ ਹੋਏ ਨੇ, ਪਰ ਉਹਦੇ ਵਿੱਚ ਵੀਜ਼ਾ ਟਾਈਪ ਕਿਸੇ ਵੀ ਤਰੀਕੇ ਦੇ ਨਾਲ T ਨਾਲ ਸ਼ੁਰੂ ਹੁੰਦਾ, T ਫॉर ਟੂਰਿਸਟ, ਤੇ ਉਹਨਾਂ ਨੂੰ ਬਿਲਕੁਲ ਪਾਸਪੋਰਟ ਬੰਦ ਕਰਕੇ ਆਪਣੇ ਰੱਖ ਦੇਣਾ ਚਾਹੀਦਾ ਡਰਾਅ ਦੇ ਵਿੱਚ।
ਉਹਨਾਂ ਚਿਰ ਨਿਕਲਣਾ ਜਿੰਨਾ ਚਿਰ ਫਿਰ ਇਹਦੇ ਬਾਰੇ ਉਹ ਜਿਹੜੀ ਰਿਸਟ੍ਰਿਕਸ਼ਨ ਆ ਉਹ ਖਤਮ ਨਹੀਂ ਹੁੰਦੀ ਜੀ। ਸੋ ਉਸ ਕਰਕੇ ਜਿਨ੍ਹਾਂ ਨੇ ਵਾਪਸ ਕਿਸੇ ਵਜ੍ਹਾ ਕਰਕੇ ਜਾਣਾ, ਕੋਈ ਐਮਰਜੈਂਸੀ ਆ, ਉਹਨਾਂ ਨੂੰ ਨਵਾਂ ਵੀਜ਼ਾ ਮਿਲ ਸਕਦਾ, ਪਰ ਨਵਾਂ ਵੀਜ਼ਾ ਹਰ ਇੱਕ ਨੂੰ ਨਹੀਂ ਮਿਲਦਾ। ਇਸੇ ਕਰਕੇ ਰੋਕ ਲਾਈ ਹੋਈ ਆ, ਜਿਹੜੇ ਵੀਜ਼ਾ ਵੈਲਿਡ ਰੋਕੇ ਵੀ ਇਸ ਕਰਕੇ ਹੋਇਆ ਵੀ ਹਰ ਇੱਕ ਨਾ ਹਜੇ ਝੋਲਾ ਚੁੱਕ ਕੇ ਤੁਰੇ, ਹਨਾ। ਵੀਜ਼ਾ ਉਹਨਾਂ ਨੂੰ ਹੀ ਦਿੱਤਾ ਜਾਂਦਾ ਜਿਨ੍ਹਾਂ ਦਾ ਕੋਈ ਐਮਰਜੈਂਸੀ ਰੀਜ਼ਨ ਉਹਨਾਂ ਨੂੰ ਸਮਝ ਆ ਜਾਂਦਾ ਵੀ ਇਸ ਬੰਦੇ ਦਾ ਜਾਣਾ ਜ਼ਰੂਰੀ ਆ ਜੀ। ਸੋ ਇਸ ਕਰਕੇ ਜੀ ਥੋੜਾ ਜਿਹਾ ਹਜੇ ਵੇਟ ਕੀਤੀ ਜਾਵੇ। ਲੱਗ ਰਿਹਾ ਵੀ ਜਲਦੀ ਇਹ ਸਿਚੁਏਸ਼ਨ ਨੋਰਮਲਾਈਜ਼ ਹੋਣ ਵਾਲੇ ਪਾਸੇ ਨੂੰ ਤੁਰ ਪਈ ਆ ਨਾ, ਕਿਉਂਕਿ ਉਹਨਾਂ ਨੇ ਹੁਣ ਜਿਹੜਾ ਕੱਲ ਸਰਕੂਲਰ ਕੱਢਿਆ ਸੀਗਾ ਉਹਦੇ ਵਿੱਚ ਲਿਖਿਆ ਵੀ 6 ਅਕਤੂਬਰ ਤੋਂ ਬਾਅਦ ਆ ਜਿਹੜੀ 6 ਅਕਤੂਬਰ ਲੰਘ ਕੇ ਗਈ ਆ ਪਰਸੋਂ ਹੀ ਜੀ, ਉਸ ਦਿਨ ਜਾਂ ਉਸ ਤੋਂ ਬਾਅਦ ਜਿਨ੍ਹਾਂ ਨੂੰ ਇੰਡੀਅਨ ਵੀਜ਼ਾ ਟੂਰਿਸਟ ਪਾਸਪੋਰਟ ਦੇ ਵਿੱਚ ਲੱਗੇ ਉਹ ਜਾ ਸਕਣਗੇ 15 ਅਕਤੂਬਰ ਤੋਂ ਜਾਂ ਫਿਰ ਕਹਿ ਲਓ 15 ਨਵੰਬਰ ਤੋਂ। ਉਹ ਤੋਂ ਪਹਿਲਾਂ ਦੇ ਜਿਹੜੇ ਲੌਂਗ ਟਰਮ ਪਾਸਪੋਰਟਾਂ 'ਚ ਵੀਜ਼ੇ ਲੱਗੇ ਹੋਏ ਆ ਉਹ ਨਹੀਂ ਹਜੇ ਜਾ ਸਕਣਗੇ। ਸੋ ਇਸ ਕਰਕੇ ਵੀ 15 ਅਕਤੂਬਰ ਤੇ 15 ਨਵੰਬਰ ਵਾਲੀ ਇਹ ਜਿਹੜੀ ਓਪਨ ਜਾਂ ਰੀਓਪਨ ਵਾਲੀ ਸਟੋਰੀ ਆ ਉਹ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਪਾਸਪੋਰਟ ਦੇ ਵਿੱਚ ਨਵਾਂ ਵੀਜ਼ਾ ਲੱਗਾ ਹੋਇਆ ਹੋਊਗਾ, ਇਹ ਅਕਤੂਬਰ ਤੋਂ ਬਾਅਦ ਵਾਲਾ ਹੈ। ਸੋ ਇਸ ਕਰਕੇ ਆ ਵੀ ਭੈਣ ਭਰਾਵਾਂ ਨੇ ਆਪਣਾ ਕਿਸੇ ਨੇ ਨੁਕਸਾਨ ਨਹੀਂ ਕਰਨਾ ਜਾਣ ਬੁੱਝ ਕੇ ਵੀ ਗੱਲ ਸਮਝ ਨਹੀਂ ਆਈ। ਹੁਣ ਤਾਂ ਮੈਨੂੰ ਲੱਗਦਾ ਕੱਲ ਦੀ ਆਪਾਂ ਇਹ ਚੌਥੀ ਵਾਰੀ ਅੱਜ ਦੱਸ ਰਹੇ ਹਾਂ। ਸੋ ਹੋਪਫੁਲੀ ਇਨਫ ਕਵਰੇਜ ਹੋ ਗਈ ਹੋਏਗੀ, ਭੈਣ ਭਰਾ ਸਮਝ ਗਏ। ਬਿਲਕੁਲ ਜੀ। ਸੋ ਪਲੀਜ਼ ਆਪਣਾ ਗਾਈਡਲਾਈਨਸ ਪੜ੍ਹ ਲੈਣਾ ਜੀ। ਬਾਕੀ ਤਾਂ ਆਪਾਂ ਪੂਰਾ ਹਫਤਾ ਇਸ ਗੱਲਬਾਤ ਕਰਦੇ ਰਹੇ ਹਾਂ। ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ, ਯਾਰਾਂ ਬੇਲੀਆਂ ਨੂੰ, ਸਹੇਲੀਆਂ ਨੂੰ ਇਸ ਨਿਊਜ਼ ਦੇ ਬਾਰੇ ਫੋਰਵਰਡ ਕਰ ਦੇਣਾ। ਜੌਲ ਸਾਹਿਬ ਨਵੰਬਰ 7 ਨੂੰ ਕਹਿ ਰਹੇ ਨੇ ਕਿ ਟਾਈਮ ਚੇਂਜਸ ਹੋ ਰਹੇ ਨੇ। ਯੈਸ, ਅਜੇ ਦੇਖੋ ਪੂਰਾ ਮਹੀਨਾ ਪਿਆ, ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਆਉਣ ਵਾਲੇ ਸਮੇਂ ਦੇ ਲਈ ਅਸੀਂ ਪਹਿਲਾਂ ਭੈਣ ਭਰਾਵਾਂ ਨੂੰ ਸੂਚਿਤ ਕਰੀਏ ਨਾ। ਇਹੀ ਆ ਤੇ ਵੀ ਬਹੁਤ ਗੱਲਾਂ ਚਲੋ ਮੇਨ ਸਟ੍ਰੀਮ ਮੀਡੀਆ ਕਰਦੇ ਨੇ, ਉਹ ਬੜੇ ਸਮਰੱਥ ਨੇ, ਪਰ ਥੋੜਾ ਜਿਹਾ ਕੁਛ ਪਰਸੈਂਟੇਜ ਉਹਨਾਂ ਚੋਂ ਸਮਰੱਥਾ ਜਿਹੜੀ ਅਸੀਂ ਵੀ ਹੌਲੀ ਹੌਲੀ ਸਮੇਂ ਦੇ ਮੁਤਾਬਕ ਖੂਨ ਪਸੀਨਾ ਆਪਣਾ ਨਾਲ ਲਾ ਕੇ ਬੀਤੇ ਸਾਲਾਂ ਦੌਰਾਨ ਪ੍ਰਾਪਤ ਕੀਤੀ ਆ। ਜਿਹਦੇ ਕਰਕੇ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਸ਼ਾਇਦ ਅਜੇ 2 ਦਿਨ ਬਾਅਦ ਆਉਣ, 48 ਘੰਟੇ ਬਾਅਦ ਆਉਣ, 24 ਘੰਟੇ ਬਾਅਦ ਆਉਣ, ਤੇ ਆਪਣਾ ਫਰਜ਼ ਹੁੰਦਾ ਜੀ ਪਹਿਲੀ ਐਡਵਾਂਸ ਚ ਦੱਸ ਦਈਏ ਜੀ ਕਿ ਤੁਸੀਂ ਆਪਣੀ ਘੜੀਆਂ ਅੱਗੇ ਜਾਂ ਪਿੱਛੇ ਕਰ ਲਓ, ਜਾਂ ਬੈਟਰ ਪਲੈਨਿੰਗ ਕਰ ਸਕਣ ਤੇ ਸਟਰੋਂਗਰ ਹੋਣ, ਉਹ ਇਨਫੋਰਮਡ ਹੋਣ, ਬਹਾਨਾ ਨਾ ਲੱਗੇ ਵੀ ਮੈਨੂੰ ਪਤਾ ਨਹੀਂ ਲੱਗਾ। ਲੋ ਜੀ, ਅਸੀਂ ਲੈਂਦੇ ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਜੀ ਠੀਕ ਠਾਕ ਜੀ। ਜੀ ਗੋ ਹੈਡ ਜੀ, ਸਵਾਲ ਤੁਹਾਡਾ। ਅੱਛਾ ਜੀ, ਆਪਣੇ ਮੇਰਾ ਸਵਾਲ ਇਹ ਆ ਵੀ ਕੋਈ ਜਿਹਨਾਂ ਬੱਚੇ ਇੱਥੇ ਰਹਿੰਦਾ ਹੈਗਾ ਉਹਨੇ ਅਪਲਾਈ ਕੀਤਾ ਸੀਗਾ ਤਾਂ ਉਹਦਾ ਵੀਜ਼ਾ ਲੱਗ ਗਿਆ ਇੰਡੀਆ 'ਚ ਜੀ, ਮਾਂ ਬਾਪ ਦਾ ਜੀ, ਉਹ ਕਿਹਨਾਂ ਲਈਦਾ ਉਦੋਂ ਕਾਊਂਟ ਕਰਕੇ ਨਹੀਂ ਆ ਸਕੇ, ਹੁਣ ਉਹ ਆ ਸਕਦੇ, ਉਹਨਾਂ ਨੂੰ ਅਲਾਊਡ ਹੈ। ਠੀਕ ਹੈ ਜੀ, ਮੁੱਕ ਗਿਆ ਸਵਾਲ ਜੀ। ਸਵਾਲ ਸੁਣੋ ਜੀ। ਸਤਪਾਲ ਰਾਮ ਪ੍ਰਕਾਸ਼ ਬੋਲਦਾ ਅੰਕਲ ਤੇਰਾ ਜੀ। ਨਹੀਂ ਸਵਾਲ ਇਹ ਵੀ ਫੇਰ ਦੱਸ ਦਈਏ ਹੁਣ ਜੀ ਤੁਹਾਨੂੰ। ਤੁਸੀਂ ਸੁਣ ਲਓ ਅੰਕਲ ਜੀ, ਆਨਸਰ ਸੁਣ ਲਓ ਜੀ ਆਫ ਦੀ ਏਅਰ। ਥੈਂਕ ਯੂ ਸੋ ਮਚ। ਥੈਂਕ ਯੂ ਰਾਮ ਪ੍ਰਕਾਸ਼, ਥੈਂਕ ਯੂ ਸੋ ਮਚ। ਹਾਂਜੀ ਇਹ ਵੀ ਉਹ ਗੱਲ ਆ ਜਿਹੜੀ ਅਸੀਂ ਜੂਨ 2020 ਤੋਂ ਹੀ ਦੱਸਦੇ ਆ ਰਹੇ ਹਾਂ ਜੀ, 1 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ, ਕਿਉਂਕਿ ਵੀ ਪੇਰੈਂਟਸ, ਗ੍ਰੈਂਡ ਪੇਰੈਂਟਸ ਉਹ ਪਾਰਟ ਆਫ ਨਿਊਕਲੀਅਰ ਫੈਮਿਲੀ ਆ, ਉਹਨਾਂ ਨੂੰ ਆਉਣਾ ਕਦੇ ਵੀ ਨਹੀਂ ਸੀ ਮਨਾ। ਸੋ ਇਸ ਕਰਕੇ ਸਵਾਲ ਹੀ ਨਹੀਂ ਬਣਦਾ ਵੀ ਕੀ ਉਹ ਆ ਸਕਦੇ ਆ। ਜਿਹੜੇ ਪੇਰੈਂਟਸ ਕੋਲ ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਕੋਈ ਵੀ ਵੀਜ਼ਾ ਲੱਗਾ ਹੋਇਆ, ਉਹਨਾਂ ਨੂੰ ਰੁਕਾਵਟ ਸੀਗੀ ਨਹੀਂ, ਹੁਣ ਤੱਕ ਆ ਰਹੇ ਆ। ਕਿੰਨੀ ਵੱਡੀ ਤਾਦਾਦ ਦੇ ਵਿੱਚ ਲੋਕ, ਬਹੁਤ ਵੱਡੀ ਤਾਦਾਦ ਦੇ ਵਿੱਚ, ਮੈਂ ਜੀ ਕੋਵਿਡ ਦੇ ਇੰਤਜ਼ਾਮ ਕਰਕੇ ਆ ਰਹੇ, ਮਹਿੰਗੀਆਂ ਟਿਕਟਾਂ ਲੈ ਕੇ ਆ ਰਹੇ, ਹੋਟਲ ਦੇ ਵਿੱਚ ਰਹਿਣਾ ਪੈਂਦਾ ਸੀ, ਫੇਰ ਵੀ ਉਹ ਰਹਿ ਰਹੇ। ਉਹ ਸਭ ਕੁਛ ਤਾਂ ਦੇਖੋ ਸਾਲ ਤੋਂ ਚੱਲ ਰਿਹਾ, ਲੰਬੇ ਸਮੇਂ ਤੋਂ ਜੀ ਜੀ ਜੀ। ਇਸ ਕਰਕੇ ਅੱਜ ਦੀ ਇਹ ਸੁਧਰੀ ਹੋਈ ਸਿਚੁਏਸ਼ਨ ਦੇ ਵਿੱਚ ਤਾਂ ਇਹ ਸਵਾਲ ਨਹੀਂ ਵੈਸੇ ਬਣਦਾ ਵੀ ਪੇਰੈਂਟਸ ਆ ਸਕਦੇ ਕਿ ਨਹੀਂ ਆ ਸਕਦੇ, ਕਿਉਂਕਿ ਉਹਨਾਂ ਨੂੰ ਤੇ ਰੋਕਿਆ ਹੀ ਨਹੀਂ ਗਿਆ ਜੀ। ਬਿਲਕੁਲ ਜੀ। ਲੈਂਦੇ ਨੈਕਸਟ ਕਾਲ ਆਉਂਦੀ ਹੈ 905 813 1320। ਹੈਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਵੀਰੇ, ਕੀ ਵੀਜ਼ੇ ਦੀ ਕੋਈ ਕੀ ਨਿਊਜ਼ ਆ ਵੀ ਜਿਹਨਾਂ ਦੇ ਐਂਟਰੀ ਵੀਜ਼ੇ ਲੱਗੇ ਹੁਣ ਨਵੇਂ, ਉਹ ਵੀ ਨਹੀਂ ਜਾ ਸਕਦੇ? ਚਲੋ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ। ਜੌਲ ਸਾਹਿਬ ਆਪਾਂ ਨੈਕਸਟ ਕਾਲ ਤੇ ਜਾਂਦੇ ਹਾਂ ਜੀ। ਅੱਛਾ ਠੀਕ ਹੈ। ਹੈਲੋ, ਆਈ ਨੋ ਵੀ ਆਈ ਜੇ ਤੁਸੀਂ ਹੁਣੀ ਟਿਊਨ ਇਨ ਕੀਤਾ ਵੀਰ ਜੀ, ਅਸੀਂ ਤਾਂ ਪਿਛਲੇ 4 ਦਿਨਾਂ ਤੋਂ 5 ਦਿਨਾਂ ਤੋਂ ਇਹੀ ਗੱਲ ਕਰ ਰਹੇ ਹਾਂ। ਵੀ ਲੈਟਸ ਨਾਟ ਵੇਸਟ ਆਵਰ ਟਾਈਮ, ਲੈਟਸ ਗੋ ਟੂ ਦ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਚਲੋ ਜੀ, ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਵੀਰੇ। ਵੀਜ਼ੇ ਦੀ ਕੋਈ ਨਿਊਜ਼ ਸੁਣ ਰਹੇ ਸੀ? ਹਾਂਜੀ। ਮਤਲਬ ਜਿਨ੍ਹਾਂ ਦੇ ਨਵੇਂ ਐਂਟਰੀ ਵੀਜ਼ੇ ਲੱਗੇ ਉਹਨਾਂ ਨੂੰ ਜਾਣ ਦੀ ਕੋਈ ਚੇਂਜ ਹੋਈ ਆ? ਹਾਂਜੀ, ਨਵਿਆਂ ਵਾਲਿਆਂ ਨੂੰ ਜਾਣ ਦੀ ਇਜਾਜ਼ਤ ਮਿਲੀ ਆ, ਜਿਹਨਾਂ ਦੇ ਹੁਣ ਨਵੇਂ ਕਹਿ ਲਓ ਲੱਗਣੇ ਆ ਜਾਂ 6 ਨੂੰ ਪਰਸੋਂ ਲੱਗ ਗਏ ਸੀ। ਮੇਰਾ ਪਹਿਲੀ ਤਰੀਕ ਨੂੰ ਲੱਗਾ ਐਂਟਰੀ ਵੀਜ਼ਾ 6 ਮਹੀਨੇ ਦਾ, ਮੈਨੂੰ ਤਾਂ ਕੋਈ ਪ੍ਰੋਬਲਮ ਨਾ ਆਊ। 6 ਮਹੀਨੇ ਤੋਂ ਨਹੀਂ ਜੀ, ਹੁਣ ਜਿਹੜੇ ਹੁਣ ਡੇਟ ਜੋਲ ਸਾਹਿਬ ਤੁਸੀਂ ਅਨਾਉਂਸ ਕਰ ਦਿਓ ਇੱਕ ਵਾਰੀ ਫਿਰ ਤੋਂ ਪਲੀਜ਼। ਹਾਂਜੀ, ਜਿਨ੍ਹਾਂ ਨੂੰ ਪੁਰਾਣੇ ਲੱਗੇ ਆ ਉਹ ਅਜੇ ਨਹੀਂ ਜਾ ਸਕਦੇ, ਜਿਨ੍ਹਾਂ ਨੂੰ ਕੱਲ ਪਰਸੋਂ ਲੱਗੇ ਆ ਜਾਂ ਗਾਂਹ ਲੱਗਣਗੇ ਉਹ ਨਵੇਂ ਲੈ ਕੇ ਜਾ ਸਕਣਗੇ। ਠੀਕ ਹੈ ਜੀ। ਮੇਰਾ ਵੀਜ਼ਾ ਐਂਟਰੀ ਵੀਜ਼ਾ ਲੱਗਾ 1 ਸਤੰਬਰ ਦਾ, ਨਾ ਸੌਰੀ 1 ਸਤੰਬਰ ਨਹੀਂ, ਮਤਲਬ 1 ਵੀਕ ਹੋਇਆ ਲੱਗੇ ਨੂੰ। 1 ਵੀਕ ਹੋਇਆ ਨਾ, ਉਹਨਾਂ ਨੇ 6 ਨਵੰਬਰ ਦੱਸਿਆ, 6 ਅਕਤੂਬਰ 6 ਅਕਤੂਬਰ ਤੋਂ ਬਾਅਦ ਲੱਗਾ। ਦੂਸਰਾ ਜੀ ਤੁਹਾਡਾ ਐਂਟਰੀ ਵੀਜ਼ਾ ਤੇ ਵੀਜ਼ਾ ਟਾਈਪ ਦੇਖ ਲੈਣਾ ਵੀ X ਲਿਖਿਆ ਜਾਂ T ਲਿਖਿਆ, ਤੇ ਫਿਰ ਤੁਸੀਂ ਉਹ ਤੋਂ ਡਿਸਾਈਡ ਕਰ ਲੈਣਾ। ਠੀਕ ਹੈ ਜੀ। ਮੇਰਾ ਸੌਰੀ ਮੈਂ ਹੁਣ ਚੈੱਕ ਕੀਤਾ, ਮੇਰਾ ਲੱਗਾ 1 ਅਕਤੂਬਰ ਦਾ ਐਂਟਰੀ ਵੀਜ਼ਾ 6 ਮਹੀਨੇ ਦਾ ਮਲਟੀਪਲਾਈ। 1 ਅਕਤੂਬਰ ਇਸੇ ਸਾਲ ਦਾ ਹੀ ਨਾ? ਹਾਂਜੀ। ਓਕੇ, ਉਹਦੇ ਤੇ ਵੀਜ਼ਾ ਟਾਈਪ ਚੈੱਕ ਕਰਨਾ ਵੀ X ਆ ਜਾਂ T ਆ। ਰਾਈਟ। ਜੇ T ਨਾ ਹੋਇਆ, ਮੈਨੂੰ ਲੱਗਦਾ T ਹੋਏਗਾ ਨਹੀਂ। ਜੇ ਤੁਹਾਨੂੰ ਇਹ ਨਵਾਂ ਵੀਜ਼ਾ ਲੱਗਾ ਹੋਇਆ ਨਾ ਤੇ T ਨਹੀਂ ਹੋਏਗਾ, ਮੈਨੂੰ ਲੱਗਦਾ ਕਿ ਤੁਸੀਂ ਐਲੀਜੀਬਲ ਹੋਗੇ, ਪਰ ਇੱਕ ਵਾਰੀ ਡਬਲ ਚੈੱਕ ਕਰ ਲੈਣਾ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ। 905 813 1320 905 813 1320। ਹੁਣ ਇਸ ਟੌਪਿਕ ਦੇ ਬਾਰੇ ਅਸੀਂ ਗੱਲ ਨਹੀਂ ਕਰਾਂਗੇ ਵੀ ਕਿਸ ਆਪਾਂ ਤੰਗ ਹੋ ਚੁੱਕਿਆ ਜੀ ਗੱਲ ਬਾਰ-ਬਾਰ ਸਮਝਾ ਕੇ, ਪਰੰਤੂ ਸਾਡੇ ਸਰੋਤਿਆਂ ਨੂੰ ਚਲੋ ਜੀ ਐਜ਼ ਅ ਨਿਊਜ਼ ਰਿਪੋਰਟਰ ਸਾਨੂੰ ਦੱਸਣਾ ਪੈਂਦਾ। 905 813 1320। ਜੋਲ ਸਾਹਿਬ ਬ੍ਰੇਕਿੰਗ ਨਿਊਜ਼ ਜੀ ਹੁਣੀ ਆ ਰਹੀ ਹੈ ਜੀ, ਕੈਨੇਡਾ ਐਡਸ। ਹਾਂਜੀ, ਇੱਕ ਪਹਿਲਾਂ ਇਹ ਗੱਲ ਕਰੀਏ ਵੀ ਜਿਹਨੂੰ ਆਪਾਂ ਮੇਨ ਸਟ੍ਰੀਮ ਮੀਡੀਆ ਕਹਿੰਦੇ ਆ, ਹਾਂ, ਵੀ ਜੇ ਉਹ ਇੱਕ ਗੱਲ 10 ਵਾਰੀ ਦੱਸ ਦੇਣ ਫਿਰ ਉੱਥੇ ਵੀ ਭੈਣ ਭਰਾ ਫੋਨ ਕਰਕੇ ਉਹਨਾਂ ਨੂੰ ਪੁੱਛਦੇ ਆ ਵੀ ਆਹ ਗੱਲ ਮੈਨੂੰ ਦੁਬਾਰਾ ਦੱਸਿਓ। ਚਲੋ ਛੱਡੋ ਜੋਲ ਸਾਹਿਬ, ਇਟਸ ਓਕੇ ਚਲੋ ਜੀ। ਇੱਕ ਚੁੱਪ ਕਿਸੇ ਇੱਕ ਗੱਲ ਕਹਿੰਦੇ ਵੀ ਅਸੀਂ ਸਰਵ ਕਰਨ ਨੂੰ ਬੈਠੇ ਆ, ਹੈਗੇ ਆ ਤੁਹਾਡੇ ਵਾਸਤੇ ਜੀ। ਜੀ ਗੱਲ ਜੇ ਧਿਆਨ ਨਾਲ ਸੁਣ ਲਈ ਜਾਏ ਤੇ ਕਿਤੇ ਕੰਮ ਆ ਸਕਦੀ ਜੀ। ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ। ਆਲਰਾਈਟ ਜੋਲ ਸਾਹਿਬ, ਬ੍ਰੇਕਿੰਗ ਨਿਊਜ਼ ਇਹ ਆ ਰਹੀ ਹੈ, ਤੁਸੀਂ ਆਪਾਂ ਖਬਰ ਵੀ ਸਾਂਝੀ ਕਰਨ ਜਾ ਰਹੇ ਹਾਂ ਜੀ। ਕੈਨੇਡਾ ਐਡਸ 157 ਜੌਬਸ ਇਨ ਸਪਟੈਂਬਰ ਰਿਟਰਨਿੰਗ ਟੂ ਪ੍ਰੀ ਪੈਂਡੈਮਿਕ ਲੈਵਲਸ। ਭਾਵ ਜਿਹੜੇ ਹੁਣ ਜਿਹੜੇ ਕੰਪਨੀਜ਼ ਨੇ ਕੈਨੇਡਾ ਨੇ 157 ਜੌਬਸ ਕ੍ਰੀਏਟ ਕੀਤੇ ਨੇ, ਪਰੰਤੂ ਜਿਹੜੇ ਅਨਐਮਪਲੋਇਮੈਂਟ ਰੇਟ ਹੈ ਉਹ ਵੀ ਡਾਊਨ ਗਏ ਨੇ। ਪਰ ਜਿਹੜੇ ਵੈਕਸੀਨ ਰਿਫਿਊਜ਼ਲਸ ਨੇ ਉਹ ਵੀ ਜੌਬ ਲਾਸਿਸ ਦੇ ਵਿੱਚ ਜਾ ਰਹੇ ਨੇ, ਬਿਕਾਜ਼ ਜਿਨ੍ਹਾਂ ਨੇ ਵੈਕਸੀਨਸ ਨਹੀਂ ਲਗਾਈਆਂ ਉਹਨਾਂ ਨੂੰ ਤੁਸੀਂ ਐਂਟਰੀ ਜੌਬਸ ਨਹੀਂ ਮਿਲ ਰਹੇ ਕਈ ਕੰਪਨੀਜ਼ ਦੇ ਵਿੱਚ। ਪਰੰਤੂ ਕੈਨੇਡਾ ਨੇ ਐਸ ਵੇਲੇ ਰਾਈਟ ਨਾਓ 157 1 ਲੱਖ ਤੇ ਤਕਰੀਬਨ 60 ਲਾ ਲਓ ਤੁਸੀਂ ਜੌਬਸ ਇਨ ਸਪਟੈਂਬਰ ਰਿਟਰਨਿੰਗ ਕਰ ਰਹੇ ਨੇ ਜੀ। ਦੇਖੋ ਜੀ, 30 ਦਿਨਾਂ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਸਾਰੀਆਂ ਹੀ ਜੌਬਸ ਫੁੱਲ ਟਾਈਮ ਹੈ। ਫੁੱਲ ਟਾਈਮ ਯੈਸ 1,57,000 ਫੁੱਲ ਟਾਈਮ ਜੌਬ ਜਿਹੜੀਆਂ ਸਾਡੀ ਇਕੋਨਮੀ ਨੇ ਕ੍ਰੀਏਟ ਕੀਤੀਆਂ ਨੇ। ਉਹਦੇ ਨਾਲ ਜਿਹੜਾ ਅਨਇੰਪਲੋਇਮੈਂਟ ਰੇਟ ਆ ਭਾਵੇਂ ਕਿ ਉਹ ਜੇ ਵੀ ਹਾਈ ਆ, ਚਲੋ 6.9 ਦੇ ਕਰੀਬ ਆ, ਪਰ ਉਹ ਜਾਣੀ ਹੁਣ ਪ੍ਰੀ ਪੈਂਡੈਮਿਕ ਲੈਵਲ ਜਿੱਥੇ ਅਸੀਂ ਮਾਰਚ 2020 ਚ ਸੀਗੇ ਉਹ ਤੋਂ ਪਿੱਛੇ ਚਲਾ ਗਿਆ, ਜਿੱਥੇ ਹੈ ਨਾ ਰਾਦਰ ਫੈਬਰਵਰੀ ਦੇ। ਸੋ ਉਸ ਲਿਹਾਜ਼ ਨਾਲ ਜਿਹੜਾ ਇੰਪਲੋਇਮੈਂਟ ਕਹਿ ਲਓ ਵੀ ਇਹ ਸਟੈਟਿਸਟਿਕਸ ਆ, ਇਹ ਰਾਈਟ ਡਾਇਰੈਕਸ਼ਨ ਵੱਲ ਨੂੰ ਜਾ ਰਹੇ ਨੇ। ਪਰ ਇਹਦੇ ਨਾਲ ਹੀ ਵੀ ਜਿਹੜਾ ਹੁਣ ਡਿਸੀਜਨ ਬਣਾਇਆ 10% ਹੀ ਲੋਕ ਰਹਿ ਗਏ ਆ ਨਾ ਜਿਨ੍ਹਾਂ ਨੇ ਅਜੇ ਵੈਕਸੀਨ ਨਹੀਂ ਲਵਾਈ, ਹੈ ਨਾ। ਤੇ ਵੀ ਜੇ ਉਹਨਾਂ ਦੇ ਵਿੱਚੋਂ ਸਾਰੇ ਹੀ ਨੇ ਵੀ ਉਹਨਾਂ ਨੇ ਨਹੀਂ ਲਵਾਉਣੀ ਜਾਂ ਸਾਰੀਆਂ ਹੀ ਨੇ, ਵੀ ਫਿਰ ਇਹ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਹੁਣ ਸਿਸਟਮ ਰਿਸਪੌਂਡ ਕਰ ਰਿਹਾ ਵੀ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ 90% ਲੋਕ ਗਲਤ ਨੇ ਕਿ 10% ਲੋਕ ਠੀਕ ਨੇ। ਸੋ ਇਸ ਕਰਕੇ ਸਿਸਟਮ ਬਹੁਤ ਫੋਰਸਫੁਲੀ ਰਿਸਪੌਂਡ ਕਰ ਰਿਹਾ, ਉਹ ਪਬਲਿਕ ਸੈਕਟਰ ਦੇ ਵਿੱਚ ਵੀ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ। ਪਬਲਿਕ ਸੈਕਟਰ ਦੇ ਵਿੱਚ ਆਪਾਂ ਫੈਡਰਲ ਗਵਰਨਮੈਂਟ ਦੀਆਂ ਅਨਾਊਂਸਮੈਂਟਸ ਸੁਣ ਰਹੇ ਹਾਂ ਵੀ ਜਿਨ੍ਹਾਂ ਨੇ ਜੀ ਵੀ ਇਹ ਬਾਈ ਐਂਡ ਆਫ ਅਕਤੂਬਰ ਆਪਣੀ ਵੈਕਸੀਨੇਸ਼ਨ ਨਹੀਂ ਲਵਾਈ ਆ ਤੇ ਫਿਰ ਉਹ ਪਹਿਲਾਂ ਅਨਪੇਡ ਲੀਵ ਲਈ ਤਿਆਰ ਰਹਿਣ, ਸਮਾਂ ਦਿੱਤਾ ਜਾਊਗਾ ਵੀ ਲਵਾ ਲਓ ਭਾਈ। ਹੁਣ ਫਿਰ ਵੀ ਨਾ ਲਵਾਈ ਤੇ ਉਹ ਆਪਣੀ ਜੌਬ ਗਵਾਉਣ ਲਈ ਤਿਆਰ ਰਹਿਣ। ਜੀ ਜੀ ਬਿਲਕੁਲ। ਇੱਦਾਂ ਦੀਆਂ ਅਨਾਊਂਸਮੈਂਟਸ ਇਹ ਸਿਟੀ ਆਫ ਟੋਰਾਂਟੋ ਤੋਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਇੱਦਾਂ ਹੋਰ ਜਿਹੜਾ ਪ੍ਰਾਈਵੇਟ ਸੈਕਟਰ ਆ ਉਹ ਪਬਲਿਕ ਸੈਕਟਰ ਨੂੰ ਫੋਲੋ ਕਰੂਗਾ। ਤੇ ਫਿਰ ਹੁਣ ਜਿਹੜੇ ਲੀਗਲ ਐਕਸਪਰਟਸ ਹੈਗੇ ਆ, ਕਿਉਂਕਿ ਵੀ ਆਪਾਂ ਨੂੰ ਜਦੋਂ ਇਹ ਹੋਵੇ ਵੀ ਅਸੀਂ ਮਨਮਰਜ਼ੀ ਵੀ ਕਰਨੀ ਆ, ਉਹਦੇ ਲਈ ਜੇ ਸਿਸਟਮ ਰਿਸਪੌਂਡ ਕਰੇ ਤੇ ਫਿਰ ਆਪਾਂ ਜਾਂਦੇ ਕਾਨੂੰਨ ਕੋਲ, ਕੋਰਟ ਕੋਲ ਵੀ ਮੇਰੇ ਨਾਲ ਤਾਂ ਵਧੀਕੀ ਹੋ ਗਈ ਜੀ। ਉਹ ਵਧੀਕੀ ਚੋਂ ਜਿਨ੍ਹਾਂ ਨੇ ਸਾਨੂੰ ਜਸਟਿਸ ਲੈ ਕੇ ਦੇਣਾ, ਫਿਰ ਆਪਾਂ ਮਹਿੰਗੇ ਤੋਂ ਮਹਿੰਗਾ ਜਾਂ ਕਹਿ ਲਓ ਘੱਟੋ ਘੱਟ ਆਪਣੇ ਜਿੱਤੋਂ ਸਸਤੇ ਤੋਂ ਸਸਤਾ ਪਰ ਬੈਸਟ ਜਿਹੜਾ ਲਾਇਰ ਆ ਉਹ ਹਾਇਰ ਕਰਨ ਦੀ ਕੋਸ਼ਿਸ਼ ਕਰਦੇ ਆ। ਰਾਈਟ।
ਹੁਣ ਜਿਹੜੇ ਸਾਡੇ ਦੇਸ਼ ਦੇ ਵਿੱਚ ਇੱਥੇ ਬੈਸਟ ਲਾਇਰਸ ਆ, ਉਹਨਾਂ ਨੇ ਵੀ ਗੋਡੇ ਟੇਕੇ ਆ ਸਿਸਟਮ ਦੇ ਅੱਗੇ ਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਇਹ ਪਬਲਿਕ ਸੈਕਟਰ ਦੇ ਵਿੱਚ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਪਲੋਇਰਸ ਦੇ ਵੱਲੋਂ ਵੈਕਸੀਨੇਸ਼ਨ ਮੈਂਡੇਟਰੀ ਕੀਤੀ ਜਾ ਰਹੀ ਆ, ਪਰ ਇੰਪਲੋਈ ਉਹਨੂੰ ਪਰਸਨਲ ਰੀਜ਼ਨਸ ਕਰਕੇ ਰਿਫਿਊਜ਼ ਕਰ ਰਹੇ ਨੇ, ਤੇ ਜਿਹੜੀਆਂ ਐਗਜ਼ੈਂਪਸ਼ਨਸ ਨੇ ਉਹਦੇ ਵਿੱਚ ਰਿਲੀਜਨ ਕਰਕੇ ਕਹਿ ਲਓ ਜਾਂ ਮੈਡੀਕਲ ਐਗਜ਼ੈਂਪਸ਼ਨ ਕਹਿ ਲਓ ਵੀ ਡਾਕਟਰ ਨੇ ਨੋਟ ਲਿਖ ਦਿੱਤਾ ਜੀ। ਇੱਕ ਤੇ ਹੁਣ ਸਿਸਟਮ ਥੋੜਾ ਜਿਹਾ ਡਾਕਟਰਾਂ ਦੇ ਮਗਰ ਵੀ ਪੈ ਗਿਆ ਵੀ ਜਿਹੜੇ ਉਹ ਨੋਟ ਲਿਖ ਕੇ ਦੇਣ ਵਾਲੇ ਨਾ ਵੀ ਉਹ ਕਿੰਨਾ ਕੁ ਜੈਨੂਅਨ ਆ। ਪਹਿਲੀ ਗੱਲ ਤੋਂ ਜਿਹੜੇ ਡਾਕਟਰ ਨੂੰ ਰੈਗੂਲੇਟ ਕਰਦੇ ਆ ਨਾ ਸਾਡੇ ਇੱਥੇ ਓਨਟਾਰੀਓ ਦੇ ਵਿੱਚ ਕਾਲਜ, ਉਹ ਵੀ ਇਸ ਦੀ ਵੈਰੀਫਿਕੇਸ਼ਨ ਕਰ ਰਹੇ ਆ। ਦੂਸਰਾ ਰਿਲੀਜਨ ਵਾਲੀ ਗੱਲ, ਇਹ ਹੁਣ ਮੰਨਣਾ ਆ ਲਾਇਰਸ ਦਾ ਵੀ ਵੀ ਦੁਨੀਆ ਦੇ ਵਿੱਚ ਕੋਈ ਐਸਾ ਮੇਜਰ ਰਿਲੀਜਨ ਨਹੀਂ ਜਿਹੜਾ ਵੈਕਸੀਨ ਲੈਣ ਤੋਂ ਸ਼ਰਧਾਲੂ ਨੂੰ ਰੋਕਦਾ ਹੋਵੇ, ਇਨਕਲੂਡਿੰਗ ਸਾਡਾ ਸਿੱਖ ਧਰਮ, ਕਿਉਂਕਿ ਭਾਈ ਗੁਲਜ਼ਾਰ ਸਿੰਘ ਜੀ ਕਥਾਵਾਚਕ ਉਹ ਤਾਂ ਦੱਸ ਕੇ ਗਏ ਸੀ ਪ੍ਰੋਗਰਾਮ 'ਚ ਆ ਕੇ ਵੀ ਅਸੀਂ ਕੋਈ ਸਿੱਖ ਧਰਮ ਦੇ ਵਿੱਚ ਤਾਂ ਗੱਲ ਹੀ ਹੈ ਨਹੀਂ। ਇਹਦੇ ਨਾਲ ਜੇ ਛੋਟੇ ਕੋਈ ਹੋਰ ਸੈਕਟਸ ਹੋਣਗੇ ਹਨਾ, ਕੋਈ ਡੇਰਾਵਾਦ ਜਾਂ ਵਗੈਰਾ ਵੀ ਸਾਡਾ ਵਿਸ਼ਵਾਸ ਆ, ਤੇ ਹੁਣ ਫਿਰ ਉਹ ਵਕੀਲ ਕਹਿ ਰਹੇ ਟੈਕਨੀਕਲੀ ਵੀ ਉਹ ਚਲਾਕੀ ਨਹੀਂ ਚੱਲਣੀ ਵੀ ਹੁਣ ਮੈਂ ਫਟਾਫਟ ਉਸ ਡੇਰੇ ਦਾ ਸ਼ਰਧਾਲੂ ਬਣ ਜਾਵਾਂ ਜਿਹੜੇ ਕਹਿੰਦੇ ਹੁਣ ਵੀ ਵੈਕਸੀਨ ਨਾ ਲਵਾਇਓ। ਜਿਹੜਾ ਕੋਈ ਪੁਰਾਣਾ ਜਨਮ ਤੋਂ ਜਾਣੀ ਉਸ ਸੈਕਟ ਦਾ ਕਹਿ ਲਓ ਜਾਂ ਉਸ ਡੇਰੇ ਦਾ ਜਾਂ ਛੋਟੇ ਧਰਮ ਦਾ ਸ਼ਰਧਾਲੂ ਹੋਊਗਾ ਜਾਂ ਕੋਵਿਡ ਤੋਂ ਐਟਲੀਸਟ ਪਹਿਲਾਂ ਤੋਂ ਉਸ ਧਰਮ ਨਾਲ ਜੁੜਿਆ ਹੋਊਗਾ, ਉਹ ਤੇ ਗੱਲ ਸਮਝ ਆਊਗੀ ਜੀ। ਪਰ ਹੁਣ ਜਦੋਂ ਰੋਕਾਂ ਲੱਗਣ ਤੋਂ ਬਾਅਦ ਜੇ ਉਸ ਧਰਮ ਵੱਲ ਨੂੰ ਕੋਈ ਭੱਜ ਕੇ ਕਹੂਗਾ ਵੀ ਹੁਣ ਮੈਂ ਇਹਦਾ ਸ਼ਰਧਾਲੂ ਹਾਂ ਤੇ ਮੈਨੂੰ ਵੈਕਸੀਨ ਤੋਂ ਛੋਟ ਮਿਲਿਓ, ਤਾਂ ਫਿਰ ਸ਼ਾਇਦ ਨਾ ਮਿਲੇ। ਸੋ ਇਸ ਕਰਕੇ ਅਸੀਂ ਇਹ ਟੈਕਨੀਕੈਲਿਟੀਜ਼ ਜਿਹੜੀਆਂ ਭੈਣ ਭਰਾਵਾਂ ਨਾਲ ਸਾਂਝੀਆਂ ਕਰ ਰਹੇ ਹਾਂ, ਤੇ ਕੱਲ ਨੂੰ ਜਦੋਂ ਨੁਕਸਾਨ ਹੋ ਜਾਂਦੇ ਆ ਤੇ ਫਿਰ ਆਪਣੀ ਜਿਹੜੀ ਆ ਕਹਿ ਲਓ ਵੀ ਢੋ ਆ ਉਹ ਸਾਨੂੰ ਵਕੀਲਾਂ ਦੀ ਹੁੰਦੀ ਆ ਜੀ। ਤੇ ਵਕੀਲ ਇਸ ਵੇਲੇ ਕਹਿ ਰਹੇ ਨੇ ਵੀ ਜੇ ਵੈਕਸੀਨ ਇੰਪਲੋਇਰਸ ਮੈਂਡੇਟਰੀ ਕਰ ਰਹੇ ਨੇ ਤੇ ਉਹ ਪਬਲਿਕ ਇੰਟਰਸਟ ਵਿੱਚ ਪਬਲਿਕ ਦੀ ਸੇਫਟੀ ਵਾਸਤੇ ਕਰ ਰਹੇ ਨੇ। ਬਿਲਕੁਲ, ਜਿਹੜੀ ਵੀ ਕੋਰਟ ਦੇ ਵਿੱਚ ਕੇਸ ਜਾਊਗਾ ਜੱਜ ਵੀ ਉਹ ਦੇਖੂਗਾ ਹਨਾ, ਬੈਲੈਂਸ ਆਫ ਪ੍ਰੋਬੇਬਿਲਿਟੀਜ਼ ਜੀ, ਵੀ ਵੈਕਸੀਨੇਸ਼ਨ ਤੇ ਅਨਵੈਕਸੀਨੇਸ਼ਨ ਹਨਾ, ਵੀ ਪਬਲਿਕ ਇੰਟਰਸਟ ਵਿੱਚ ਕੀ ਸੀਗਾ। ਉਹਨੇ ਦੇਖਣਾ ਵੀ ਪਬਲਿਕ ਇੰਟਰਸਟ ਵਿੱਚ ਜੇ ਮੱਖੀਆਂ ਵਾਂਗੂ ਲੋਕ ਮਰ ਰਹੇ ਸੀ ਤੇ ਵੈਕਸੀਨ ਨੇ ਹੁਣ ਰੋਕ ਦਿੱਤਾ ਮੌਤ ਦਾ ਤਾਂਡਵ, ਤੇ ਕਿੱਦਾਂ ਅਨਵੈਕਸੀਨੇਟਡ ਪਰਸਨ ਦੇ ਹੱਕ ਵਿੱਚ ਉਹ ਡਿਸੀਜਨ ਦੇ ਸਕਦਾ ਜੱਜ। ਸੋ ਇਸ ਕਰਕੇ ਬਹੁਤ ਹੀ ਸਮਝ ਬੂਝ ਨਾਲ ਲੈਣ ਵਾਲਾ ਫੈਸਲਾ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਆਪਾਂ ਕਹਿੰਦੇ ਜੌਬ ਮਿਲਦੀ ਨਹੀਂ, ਪਰ ਜੇ ਜਿਹਨਾਂ ਨੂੰ ਮਿਲੀ ਹੋਈ ਆ ਤੇ ਇਸ ਗੱਲ ਵੱਲ ਬਹੁਤ ਧਿਆਨ ਨਾਲ ਵਿਚਾਰ ਕਰ ਲਿਆ ਜਾਵੇ ਜੇ ਕਿਸੇ ਨੇ ਵੈਕਸੀਨ ਨਾ ਲਵਾਉਣ ਦਾ ਫੈਸਲਾ ਕੀਤਾ ਹੋਇਆ ਤਾਂ। ਹੈਲੋ ਟੋਰਾਂਟੋ ਕਾਲਰ, ਟੋਰਾਂਟੋ ਕਾਲਰ ਜੀ ਨਹੀਂ ਜੀ, ਕੋਈ ਗੱਲ ਨਹੀਂ ਜੀ। ਜੋਲ ਸਾਹਿਬ ਅਗਲੀ ਖਬਰ ਵਾਸੀ ਵਾਧੇ ਜੋ ਲਾਸਟ ਖਬਰ ਹੈ ਅੱਜ ਦੀ, ਜੇ ਕਿਸੇ ਨੇ ਸਾਡੇ ਕਾਲ ਕਰਨਾ ਹੋਵੇ, ਜੇ ਉਸ ਕਾਲਰ ਨੇ ਵਿਅਕਤੀ ਨੇ ਦੁਬਾਰਾ ਕਾਲ ਕਰਨਾ ਹੋਵੇ ਤਾਂ 905 813 1320। 31 motorcyclists till now have ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਸਾਲ। ਓਨਲੀ ਦਿਸ ਈਅਰ, ਅੱਜ ਹੈਗਾ ਸਾਲ 2021 ਦਾ 281ਵਾਂ ਦਿਨ। 281ਵਾਂ ਦਿਨ। ਇਹ 281 ਦਿਨਾਂ ਦੇ ਦੌਰਾਨ ਓਨਟਾਰੀਓ ਦੀਆਂ ਸੜਕਾਂ ਤੇ ਹੋਏ ਜਿਹੜੇ ਐਕਸੀਡੈਂਟ ਆ ਜਾਂ ਕਹਿ ਲਓ ਕਿ ਟੱਕਰਾਂ, ਮੈਂ ਕਹੂੰਗਾ ਕਿਉਂਕਿ 82% ਤੇ ਐਕਸੀਡੈਂਟ ਸੀਗੇ ਹੀ ਨਹੀਂ। ਉਹ ਕਹਿੰਦੇ 82% ਐਕਸੀਡੈਂਟ ਨਹੀਂ ਹੁੰਦੇ, ਟੱਕਰਾਂ ਆ ਕਿਉਂਕਿ ਡਰਾਈਵਰ ਬੇਧਿਆਨੀ ਸੀ। ਡਰਾਈਵਰ ਦੀ ਚਲੋ ਗਲਤੀ ਸੀ ਵੀ ਉਹਨੇ ਸ਼ਰਾਬ ਪੀਤੀ ਸੀ ਜਾਂ ਉਹ ਬੇਧਿਆਨੀ ਸੀ ਜਾਂ ਕਿਸੇ ਵੀ ਤਰ੍ਹਾਂ ਦੀ ਨੈਗਲੀਜੈਂਸੀ ਸੀਗੀ, ਤੇ ਜੇ ਉਹ ਨੈਗਲੀਜੈਂਸੀ ਡਰਾਈਵਰ ਦੀ ਨਾ ਹੁੰਦੀ ਤੇ ਐਕਸੀਡੈਂਟ ਕਹਿ ਲਓ ਕਿ ਉਹ ਟੱਕਰ ਕੋਲੀਜਨ ਅਵੋਇਡੇਬਲ ਸੀਗੀ ਜੀ, ਜਿਸ ਕਰਕੇ ਉਹ ਐਕਸੀਡੈਂਟ ਹੈ ਨਹੀਂ। ਸੋ ਇਹ ਜਿਹੜੀਆਂ ਟੱਕਰਾਂ ਹੋਈਆਂ ਸਾਡੇ ਇੱਥੇ ਓਨਟਾਰੀਓ ਦੀਆਂ ਸੜਕਾਂ ਦੇ ਉੱਤੇ ਇਸ ਸਾਲ ਦੇ 2021 ਦੇ 280 ਕੁ ਲੰਘੇ ਦਿਨਾਂ ਦੇ ਵਿੱਚ ਜੀ 208 ਬੰਦਿਆਂ ਦੀ ਜਾਨ ਗਈ ਹੈ। 80 ਦਿਨਾਂ ਚ 208 ਬੰਦਿਆਂ ਦੀ ਜਾਨ ਗਈ ਆ। ਸ਼ਾਨਦਾਰ ਮੁਲਕ ਦੀਆਂ ਸ਼ਾਨਦਾਰ ਸੜਕਾਂ ਤੇ। ਉਹਦੇ ਵਿੱਚ ਹੁਣ ਜਿਹੜਾ ਸੀਜ਼ਨ ਲੰਘ ਗਿਆ ਲਗਭਗ ਮੋਟਰਸਾਈਕਲ ਵਾਲਿਆਂ ਦਾ ਜੀ, ਬਿਲਕੁਲ। ਔਰ ਜਦੋਂ ਸੀਜ਼ਨ ਅਜੇ ਸ਼ੁਰੂ ਨਹੀਂ ਸੀ ਹੋਇਆ ਆਪਾਂ ਉਦੋਂ ਤੋਂ ਗੱਲਾਂ ਕਰ ਰਹੇ ਸੀ ਕਿ ਰੁੱਤ ਮੋਟਰਸਾਈਕਲਾਂ ਦੀ ਆਈ, ਪਰ ਤੇਜ਼ੀ ਤੋਂ ਜਰਾ ਬਚ ਕੇ 31 ਭੈਣ ਭਰਾ ਜਿਹੜੇ ਮੋਟਰਸਾਈਕਲਿਸਟ ਜਾਂ ਉਹਨਾਂ ਦੇ ਚਾਲਕ ਸੀਗੇ ਉਹਨਾਂ ਦੀ ਮੌਤ ਔਨ ਦਾ ਰਿਕਾਰਡ ਪੁਲਿਸ ਨੇ ਕਨਫਰਮ ਕੀਤਾ ਵੀ ਓਨਟਾਰੀਓ ਦੀਆਂ ਸੜਕਾਂ ਤੇ ਇਸੇ ਸਾਲ ਦੇ ਵਿੱਚ ਹੋਈ ਆ 31 ਵਾਓ, ਔਰ ਆਲਮੋਸਟ 100% ਅਵੋਇਡੇਬਲ। ਤੇਜ਼ੀ ਚੁਸਤੀ ਚਲਾਕੀ ਸੜਕਾਂ ਤੇ ਯੂਜ਼ਲੀ ਆਪਾਂ ਦੇਖਦੇ ਹਾਂ ਮੋਟਰਸਾਈਕਲਿਸਟ ਦੀ ਹੁੰਦੀ ਆ।
ਹਨਾ ਵੀ ਵੀਵਿੰਗ ਰਾਉਂਡ ਸੱਜੇ ਖੱਬੇ ਮਾਰ ਕੇ ਸ਼ੂਟ ਵੱਟੀ, ਉਹ ਨਾ ਹੋਵੇ ਤੇ ਅਗਲੇ ਸਾਲ ਆਪਾਂ ਦੇਖ ਲੈਂਦੇ ਫਿਰ ਕਿੰਨੇ ਮਰਦੇ ਆ। ਇਸ ਸਾਲ 31 ਦੀ ਜਾਨ ਗਈ ਆ, ਹਨਾ ਹਜੇ ਸੀਜ਼ਨ ਥੋੜਾ ਜਿਹਾ ਚੱਲ ਰਿਹਾ, ਅਸੀਂ ਆਸ ਕਰਦੇ ਹਾਂ ਵੀ ਨਾ ਕੋਈ ਖਬਰ ਆਵੇ ਜੀ, ਪਰ ਅਗਲੇ ਸਾਲ ਬੇਨਤੀ ਆ ਵੀ ਆਪਾਂ ਜੇ ਇਹ ਸਪੀਡਿੰਗ ਵੀਵਿੰਗ ਸੜਕਾਂ ਤੇ ਸੱਜੇ ਖੱਬੇ ਅੰਨ੍ਹੇਵਾਹ ਇਹ ਜੇ ਬੰਦ ਕਰੀਏ ਤੇ ਫੇਰ ਦੇਖਦੇ ਆ ਕਿੰਨੀਆਂ ਮੌਤਾਂ ਹੁੰਦੀਆਂ। ਸੋ ਇਸ ਕਰਕੇ ਇਹ ਆ ਜੀ ਵੀ 31 ਬਹੁਤ ਜ਼ਿਆਦਾ ਮੌਤਾਂ ਨੇ ਇਹ ਥੋੜੇ ਜਿਹੇ ਮਹੀਨਿਆਂ ਦੇ ਦੌਰਾਨ, ਕਿਉਂਕਿ ਮੋਟਰਸਾਈਕਲ ਸਾਡੇ ਮੁਲਕ ਦੇ ਵਿੱਚ ਇੱਕ ਹੌਬੀ ਹੈ, ਇਹ ਕੋਈ ਜ਼ਰੂਰਤ ਨਹੀਂ ਹੈ। ਭਾਰਤ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਮੋਟਰਸਾਈਕਲ ਸਾਈਕਲ ਨੀਡ ਆ ਲੋਕਾਂ ਦੀ, ਇੱਥੇ ਇਹ ਇੱਕ ਹੌਬੀ ਆ। ਹੌਬੀ ਦੇ ਵਿੱਚ 31 ਲੋਕਾਂ ਨੇ ਇਸ ਸਾਲ 'ਚ ਜਾਨ ਗਵਾਈ ਹੈ ਜੀ। ਲਾਸਟ ਕਾਲ ਜੀ, ਫਿਰ ਵਾਈਂਡ ਅਪ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹੈਲੋ, ਗੁੱਡ ਮਾਰਨਿੰਗ ਅਰਸ਼, ਸਤਿ ਸ੍ਰੀ ਅਕਾਲ ਬਾਈ ਜੀ ਨੂੰ ਵੀ ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ। ਹੈਪੀ ਫਰਾਈਡੇ ਜੀ, ਹੈਪੀ ਫਰਾਈਡੇ। ਆਜੋ ਜੀ, ਬਹੁਤ ਸੋਹਣੀਆਂ ਖਬਰਾਂ ਪੜ੍ਹਦੇ ਆ, ਮੈਂ 1990 ਤੋਂ ਜਾਣਦਾ ਇਹਨਾਂ ਨੂੰ ਜੀ, ਤੇ ਇੰਨੀਆਂ ਸੋਹਣੀਆਂ ਸਾਰੀਆਂ ਵਧੀਆ ਖਬਰਾਂ ਦਿੰਦੇ ਆ। ਸਿਆਣੇ ਬਣਨ ਲਈ ਲੋਕਾਂ ਨੂੰ ਕਹਿੰਦੇ ਆ, ਜਿਹੜੇ ਜੰਗ ਸਟਾਰ ਹੈ ਬੰਦੇ, ਮੋਟਰਸਾਈਕਲਾਂ ਵੱਡੀਆਂ ਗੱਡੀਆਂ, ਛੋਟੀਆਂ ਗੱਡੀਆਂ, ਵੱਡਿਆਂ ਵਾਲਿਆਂ ਨੂੰ ਸਾਰਿਆਂ ਨੂੰ, ਪਰ ਪਤਾ ਨਹੀਂ ਕਦੋਂ ਸਮਝ ਆਊਗੀ ਜੀ। ਸ਼ਾਬਾਸ਼, ਹੈਪੀ ਫਰਾਈਡੇ, ਸਤਪਾਲ ਜੌਲ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਬਹੁਤ ਮਿਹਰਬਾਨੀ ਕਾਲਾ ਕੰਮੇ ਆਣੀਆ ਸਾਹਿਬ ਸਾਡੇ। ਤੇ ਇਹ ਆ ਜੀ ਵੀ ਦੇਖੋ, ਇਹ ਹੁਣ ਸਾਡੇ ਜਨਮ ਤੋਂ ਪਹਿਲਾਂ ਵੀ ਲੋਕ ਬੇਨਤੀਆਂ ਕਰਦੇ ਰਹੇ, ਕਿਉਂਕਿ ਪੁਲਿਸਾਂ ਕਹਿ ਰਹੀਆਂ ਜੀ ਵੀ ਅਸੀਂ ਮਤਲਬ ਪਿਛਲੀ ਸਦੀ ਤੋਂ ਹੀ ਅਪੀਲਾਂ ਕਰ ਰਹੇ ਹਾਂ ਵੀ ਨਾ ਕਰੋ ਏਦਾਂ, ਨਾ ਕਰੀਏ ਏਦਾਂ, ਪਰ ਉਹ ਮੈਸੇਜ ਸਾਡਾ ਸਮਝ ਨਹੀਂ ਆ ਰਿਹਾ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮੈਸੇਜ ਦੇਣਾ ਬੰਦ ਕਰ ਦਈਏ, ਕਿਉਂਕਿ ਅਸੀਂ ਆਪਣਾ ਕੰਮ ਕਰੀ ਜਾਣਾ। ਹੋ ਸਕਦਾ ਕਿਸੇ ਦੇ ਕਦੇ ਕਦੇ ਕੰਮ ਆਵੇ ਵੀ ਜ਼ਰੂਰ। ਸੋ ਇਸ ਕਰਕੇ ਅਸੀਂ ਸਾਡੀਆਂ ਜ਼ਿੰਦਗੀਆਂ ਤੋਂ ਪਹਿਲਾਂ ਵੀ ਏਦਾਂ ਤਾਂ ਜਾਰੀ ਸੀ ਸੜਕਾਂ ਤੇ ਲੋਕਾਂ ਦਾ ਮਰਨਾ, ਅਰਸ਼ ਸਾਡੀਆਂ ਜ਼ਿੰਦਗੀਆਂ ਤੋਂ ਬਾਅਦ ਵੀ ਸ਼ਾਇਦ ਜਾਰੀ ਰਹੂਗਾ। ਬਿਲਕੁਲ ਬਿਲਕੁਲ। ਪਰ ਸਾਡੀ ਜ਼ਿੰਦਗੀ ਦੇ ਦੌਰਾਨ ਜੋ ਇਹ ਮੌਤ ਦਾ ਤਾਂਡਵ ਸੜਕਾਂ ਤੇ ਘਟਾਉਣ ਲਈ ਅਸੀਂ ਕਰ ਸਕਦੇ ਹਾਂ, ਅਸੀਂ ਕਰਦੇ ਰਵਾਂਗੇ ਜ਼ਰੂਰ ਜੀ। ਜੌਲ ਸਾਹਿਬ, ਅੱਜ ਦੇ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਐਂਡ ਦੇ ਵਿੱਚ ਆਪਣਾ ਨੰਬਰ ਦੇਣਾ ਚਾਹੋ ਜੇ ਸਾਡੇ ਸਰੋਤੇ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹਣ ਜੀ। ਬਿਲਕੁਲ ਜੀ, ਨੰਬਰ ਖੁੱਲ੍ਹਾ ਹੈ 416 895 3784 416-895 3784। ਨੰਬਰ ਸੇਵ ਕਰਕੇ WhatsApp ਤੇ ਮੈਸੇਜ ਭੇਜਿਆ ਜਾ ਸਕਦਾ ਤਾਂ ਕਿ ਸਾਰੀ ਇਨਫੋਰਮੇਸ਼ਨ ਆਵੇ ਜੀ। ਜੌਲ ਸਾਹਿਬ, ਥੈਂਕ ਯੂ ਸੋ ਮਚ ਟਾਈਮ ਦੇਣ ਵਾਸਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਹ ਸਨ ਸਤਪਾਲ ਸਿੰਘ ਜੌਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।